प्राइम मिनिस्टर ने जो सुनेहा दिता वो भी अपने आप बहुत महत्वपूर्ण है। ਤੁਹਾਨੂੰ ਲੱਗਦਾ नहीं सुनेहा लेट हो गया? इस गल दी कि असी शायद अपने चंगे कानूनों नूं समझा नहीं पाए, असी उन्होंने वापस लैने हैं और ना समझाने की माफ़ी भी खुद मंगते हैं कि जो कानून लागू होए उस तो बाद जो कुछ भी होया ਤੁਹਾਨੂੰ नहीं लगता कि टाइम इन्ना ज़्यादा खप गया, मौतां हो गई, पंजाब हरियाणा बुरी तरह हर्ट होए ने? ਤੁਹਾਨੂੰ नहीं लगता कुछ पोलिटिकल तौर पर देरी हो गई? हाँ ना च जवाब ये देना पॉसीबल नहीं है। भारतीय जनता पार्टी जिहड़ी है ये कदी भी किसान दे विरोधी पार्टी नहीं। जे यही कांग्रेस सरकार होंदी तो गोलियां भी चलदियां, लाठियां भी चलदियां। ਹੁਣ ਆਪਾਂ ਗੱਲ ਕਰਦੇ ਹਾਂ ਤੁਹਾਡੇ ਕੁਝ ਇੱਕ ਬਹੁਤ ਪੁਰਾਣੇ ਸਾਥੀ ਦੀ, ਨਵਜੋਤ ਸਿੰਘ ਸਿੱਧੂ ਦੀ। ਉਹ ਕਿਸੇ ਮੰਚ ਤੇ ਵੀ ਜਦੋਂ ਜਾਂਦੇ ਨੇ ਉਹ ਡਾਂਸ ਵੀ ਕਰਨ ਲੱਗ ਪੈਂਦੇ ਨੇ ਔਰ ਉਹ ਆਪਣੇ ਸਾਰੀ ਕੰਟਰੋਵਰਸ਼ੀਅਲ ਚੀਜ਼ਾਂ ਨੂੰ ਇਕੱਠੀਆਂ ਕਰ ਲੈਂਦੇ ਨੇ। बनने ਲਈ MP बनने ਲਈ ਮਿਹਨਤ ਕੀਤੀ ਹੋਵੇ ਨਾ ਉਸ ਨੂੰ ਉਸ ਚੀਜ਼ ਦੀ ਕਦਰ ਹੁੰਦੀ ਹੈ। ਠੀਕ ਹੈ, ਜਿਸ ਨੂੰ ਉੱਪਰੋਂ ਮਿਲ ਜਵੇ ਉਹਨੂੰ ਇਸ ਚੀਜ਼ ਦੀ ਕਦਰ ਨਹੀਂ ਹੁੰਦੀ। 117 ਲੜਨੀਆਂ ਨਹੀਂ, ਅਸੀਂ ਜਿੱਤਣੀਆਂ ਵੀ ਹੈ। मतलब ਮੰਨੀਏ ਕਿ ਬੀਜੇਪੀ ਦਾ ਦਰਵਾਜ਼ਾ ਖੁੱਲਾ ਹੈ? ਬਿਲਕੁਲ, ਕੋਈ ਵੀ ਆਵੇ ਤੁਸੀਂ ਆਣਾ ਚਾਹ ਸਕਦੇ ਹੋ। ਹਾਂ ਤੁਸੀਂ ਆਣਾ, ਤੁਸੀਂ ਵੀ ਆ ਜਾਓ, ਪਰ ਟਿਕਟ ਦੀ ਗਾਰੰਟੀ ਨਹੀਂ ਲੈਣੀ। ਟਿਕਟ ਦੀ ਗਾਰੰਟੀ ਨਹੀਂ ਲੈਣੀ, ਪਰ ਮੈਂ ਕੈਮਰੇ ਦੇ ਨਾਲ ਹੀ ਚੰਗਾ ਲੱਗਾਂਗਾ ਤੁਹਾਡੇ ਨਾਲ। ਆਪਾਂ ਕੁਝ ਗੱਲ ਤੁਹਾਡੇ ਬਾਰੇ ਵੀ ਕਰਨੀ ਹੈ। ਮੰਝੇ ਹੋਏ ਖਿਲਾੜੀ ਹੋ ਸਿਆਸਤ ਦੇ, ਸਵਾਲਾਂ ਦਾ ਜਵਾਬ ਵੀ ਮੰਝ ਕੇ ਦਿੰਦੇ ਹੋ ਕਿ ਕਿਤੇ ਕੁਝ ਐਸੀ ਗੱਲ ਨਾ ਮੂੰਹੋਂ ਨਿਕਲ ਜਾਵੇ। ਯੋਗੀ ਆਦਿੱਤਿਆਨਾਥ ਨੂੰ ਫੋਨ ਆਇਆ ਸੀ ਉੱਥੇ ਤੁਸੀਂ ਲਖਨਊ ਪਹੁੰਚੋ ਜਾਂ ਦਿੱਲੀ ਪਹੁੰਚੋ, ਤੁਹਾਨੂੰ ਫੋਨ ਆ ਸਕਦਾ? ਤੁਹਾਡੇ ਜਿੰਨੇ ਕੰਮ ਤੁਸੀਂ ਅੱਜ ਤੱਕ ਕੀਤੇ ਆ, ਜਿੱਥੇ ਪ੍ਰਭਾਰੀ ਰਹੇ ਹੋ, ਜਿਹੜੀ ਸਭਾਵਾਂ 'ਚ ਗਏ ਹੋ, ਜਿਹੜੇ ਕਮਿਸ਼ਨ 'ਚ ਕੰਮ ਕੀਤਾ ਉਹ ਉੱਪਰ ਨੂੰ ਗਿਆ। ਜੇ ਫੋਨ ਆ ਗਿਆ ਤਾਂ ਜਾਵਾਂਗੇ? ਫੋਨ ਨਾ ਕਰ ਦਿੰਦਾ ਕੋਈ। ਤੁਹਾਡਾ ਆਪਣੀ ਕੋਈ ਖੁਆਇਸ਼ ਹੈ ਕਿ ਮੈਂ ਦੁਬਾਰਾ ਤੋਂ MLA ਦੀ ਸੀਟ ਜਿਹੜੀ ਗੜ੍ਹਸ਼ੰਕਰ ਦੀ ਪਿੱਛੇ ਤੁਸੀਂ ਜਿੱਤੀ ਸੀਗੀ ਤੇ ਉਹ ਲੜਾਂ ਉੱਥੋਂ? 2022 ਦੇ ਇਲੈਕਸ਼ਨਾਂ ਵਿੱਚ ਅਵਿਨਾਸ਼ ਰਾਏ ਖੰਨਾ ਜੀ ਦੀ ਕੀ ਭੂਮਿਕਾ ਹੋਏਗੀ? ਮੇਰੀ ਭੂਮਿਕਾ ਇਹ ਰਹੇਗੀ ਕਿ ਸਾਡੀ ਪੰਜਾਬ 'ਚ ਸਰਕਾਰ ਬਣੇ। ਹੁਣ ਆਪਾਂ 117 ਤੇ ਲੜਨ ਜਾਣਾ ਹੈਗਾ ਵਾ ਕੈਪਟਨ ਸਾਹਿਬ ਦੇ ਸਹਿਯੋਗ ਨਾਲ। नमस्कार दोस्तों, मैं ਤੁਹਾਡਾ ਆਪਣਾ ਮਾਨੇਵਰ ਸੰਦੀਪ ਔਰ ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹੋ ਦਾ ਪੋਲ ਖੋਲ TV ਔਰ ਪੰਜਾਬੀ ਪ੍ਰੈਸ ਕਲੱਬ ਦੀ ਇੱਕ ਅਲੱਗ ਪੇਸ਼ਕਸ਼ ਹੈਗੀ ਹੈ। ਤੁਸੀਂ ਜਾਣਦੇ ਹੋ 2022 ਦੇ ਚੁਣਾਵ ਆ ਗਏ ਨੇ। ਬਹੁਤ ਸਾਰੇ ਰਾਜਨੀਤਿਕ ਐਸੇ ਹੈਗੇ ਨੇ ਜਿਹੜੇ ਮਨ ਦੇ ਵੀ ਸਾਫ਼ ਨੇ ਤੇ ਜਿਨ੍ਹਾਂ ਦਾ ਕੰਮ ਵੀ ਬੜਾ ਸੁਚੱਜਾ ਤੇ ਸਾਫ਼ ਰਿਹਾ ਹੈ। ਇਸ ਕੈਟਾਗਰੀ 'ਚ ਮੈਂ ਤੁਹਾਨੂੰ ਇੱਕ ਐਸੇ ਸ਼ਖਸੀਅਤ ਨਾਲ ਮਿਲਾਉਣ ਵਾਲਾ ਹਾਂ। ਗੜ੍ਹਸ਼ੰਕਰ 'ਚ ਜਨਮੇ 1960 ਵਿੱਚ, ਅੱਜ ਸਾਡੇ ਨਾਲ ਵਿਰਾਜਮਾਨ ਨੇ। ਨਮਸਕਾਰ ਸਰ। ਨਮਸਕਾਰ ਜੀ ਸੰਦੀਪ ਜੀ। ਮੇਰੀ ਮੁਰਾਦ ਹੈ ਅਵਿਨਾਸ਼ ਰਾਏ ਖੰਨਾ ਜੀ ਦੇ ਨਾਲ ਅੱਜ ਮੈਂ ਗੱਲਬਾਤ ਕਰਨ ਜਾ ਰਿਹਾ। ਮੈਂ ਆਪਣੇ ਸਾਰੇ ਵਿਊਅਰਾਂ ਨੂੰ ਜ਼ਰੂਰ ਕਹਿਣਾ ਚਾਹਾਂਗਾ ਅੱਜ ਸਾਡੀ ਗੱਲ ਕੁਝ ਉਹਨਾਂ ਮੁੱਦਿਆਂ ਤੇ ਹੋਏਗੀ ਜਿਨ੍ਹਾਂ ਨੂੰ ਤੁਸੀਂ ਘਰ ਬੈਠੇ ਹੀ ਜਾਣਨਾ ਚਾਹੁੰਦੇ ਹੋ। ਖੰਨਾ ਸਾਹਿਬ, ਪੰਜਾਬ ਅੱਜ ਕਿੱਥੇ ਖੜਾ ਹੈ? ਦੇਖੋ ਕਿੱਥੇ ਖੜਾ, ਇਹਦੇ ਦੋ ਤਿੰਨ ਸੈਂਸਸ ਨੇ। ਪੋਲੀਟੀਕਲ ਕਿੱਥੇ ਖੜਾ, ਦੂਜੀ ਗੱਲ ਪੰਜਾਬ ਵਿਕਾਸ ਦੇ ਪੱਖੋਂ ਕਿੱਥੇ ਖੜਾ, ਪੰਜਾਬ ਕਾਨੂੰਨ ਤੇ ਵਿਵਸਥਾ ਵੱਲੋਂ ਕਿੱਥੇ ਖੜਾ, ਤੇ ਪੰਜਾਬ ਦੀਆਂ ਲੋੜਾਂ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਕੀ ਉਪਰਾਲੇ ਹੋਏ ਨੇ ਉਹ ਕਿੱਥੇ ਖੜਾ। ਇਸ ਕਰਕੇ ਬੜੇ ਐਂਗਲ ਪੰਜਾਬ ਪੋਲੀਟੀਕਲ ਐਂਗਲ ਤੇ ਕਿੱਥੇ ਖੜਾ, ਕਿਉਂਕਿ ਜਿਹੜੇ ਸਾਡੇ ਆਮ ਲੋਕ ਜਨਤਾ ਹੈਗੀ ਹੈ ਉਹ ਰੁੱਝੀ ਹੋਈ ਆਪਣੇ ਕੰਮਾਂ 'ਚ ਤੇ ਪੋਲੀਟੀਕਲ ਚੇਂਜਸ ਬਹੁਤ ਆ ਰਹੀਆਂ ਨੇ। ਪੰਜਾਬ ਰਾਜਨੀਤਿਕ ਤੌਰ ਤੇ ਕਿੱਥੇ ਖੜਾ ਹੋ ਗਿਆ ਅੱਗੇ? ਦੇਖੋ ਪਹਿਲੀ ਗੱਲ, ਜਿਹੜੀ ਗਵਰਨਮੈਂਟ ਇਸ ਤੋਂ ਪਹਿਲਾਂ ਬਣੀ ਹੈ, ਕਾਂਗਰਸ ਗਵਰਨਮੈਂਟ ਜਿਸ ਲੀਡਰਸ਼ਿਪ ਥੱਲੇ ਬਣੀ, 4.5 ਸਾਲ ਐ ਮਹਿਸੂਸ ਹੋਇਆ ਕਿ ਪੰਜਾਬ 'ਚ ਕੋਈ ਸਰਕਾਰ ਹੈ ਨਹੀਂ। ਉਸ ਤੋਂ ਬਾਅਦ ਲੀਡਰਸ਼ਿਪ ਚੇਂਜ ਹੋਈ। ਹੁਣ ਪੰਜਾਬ ਦੇ ਵਿੱਚ ਇਹ ਪਹਿਲਾ ਇਲੈਕਸ਼ਨ ਹੋਏਗਾ ਜਦੋਂ ਮਲਟੀ ਕਾਰਨਰ ਕੰਟੈਸਟ ਹੋਣਗੇ। ਪਹਿਲਾਂ ਤਾਂ ਦੋਏ ਕੰਟੈਸਟ ਹੁੰਦੇ ਸੀਗੇ, ਜਾਂ ਅਕਾਲੀ ਦਲ BJP ਤੇ ਜਾਂ ਕਾਂਗਰਸ, ਲੇਕਿਨ ਹੁਣ ਕਈ ਪਾਰਟੀਆਂ ਦੀ ਐਂਟਰੀ ਇਸ ਇਲੈਕਸ਼ਨ 'ਚ ਹੋ ਗਈ ਹੈ। ਪਹਿਲਾਂ ਕਾਂਗਰਸ ਹੈ ਹੀ, ਇਹਦੇ ਵੀ ਦੋ ਹਿੱਸੇ ਹੋਏ ਨੇ, ਕੈਪਟਨ ਸਾਹਿਬ ਅਲੱਗ ਹੋ ਗਏ ਨੇ। ਫਿਰ ਅਕਾਲੀ ਦਲ, ਇਹਦੇ ਦੋ ਹਿੱਸੇ ਹੋ ਗਏ ਨੇ। ਸਾਡੇ ਪੁਰਾਣੇ
ਢੀਂਡਸਾ ਜੀ ਆ ਗਏ ਨੇ, ਢੀਂਡਸਾ ਸਾਹਿਬ ਅਲੱਗ ਹੋ ਗਏ ਨੇ, ਬਿਲਕੁਲ ਫਿਰ ਆਮ ਆਦਮੀ ਪਾਰਟੀ ਵੀ ਐਂਟਰ ਹੋ ਗਈ ਹੈ ਤੇ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਪਈ ਕਿਸ ਵੇਲੇ ਅਕਾਲੀ ਦਲ ਦੇ ਨਾਲ ਗਠਬੰਧਨ ਸਰਕਾਰ ਲੜਦੀ ਸੀ, ਹੁਣ ਉਹ ਬੀਐਸਪੀ ਦੇ ਨਾਲ ਇਕੱਠੇ ਹੋ ਕੇ ਇਹ ਪੰਜਾਬ ਦੇ ਵਿੱਚ ਪੋਲੀਟੀਕਲ ਚੇਂਜ ਇੰਨੀ ਜ਼ਬਰਦਸਤ ਹੋਈ ਹੈ ਕਿ ਮਲਟੀ ਕਾਰਨਰ ਕੰਟੈਸਟ ਇਸ ਵਾਰ ਪੰਜਾਬ 'ਚ ਹੋ ਰਿਹਾ, ਜ਼ਬਰਦਸਤ ਵੀ ਹੋਈ ਹੈ ਤੇ ਤੇਜ਼ੀ ਨਾਲ ਵੀ ਹੋਈ ਹੈ। ਦੂਜੀ ਗੱਲ, ਜਿਹੜਾ 1 ਸਾਲ ਕਿਸਾਨ ਅੰਦੋਲਨ ਚੱਲਿਆ ਉਹ ਕੁਝ ਅਲੱਗ ਸੁਨੇਹਾ ਦੇ ਕੇ ਪੰਜਾਬ ਦੇ ਵਿੱਚ ਦਿੱਤਾ ਆ, ਔਰ ਜਿਸ ਢੰਗ ਨਾਲ ਕੇਂਦਰ ਸਰਕਾਰ ਨੇ ਉਸ ਗੱਲ ਨੂੰ ਮੰਨਦੇ ਹੋਏ, ਉਹਨਾਂ ਦੀ ਮੰਗ ਨੂੰ ਮੰਨਦੇ ਹੋਏ ਪ੍ਰਾਈਮ ਮਿਨਿਸਟਰ ਨੇ ਜੋ ਸੁਨੇਹਾ ਦਿੱਤਾ ਉਹ ਵੀ ਆਪਣੇ ਆਪ 'ਚ ਬਹੁਤ ਮਹੱਤਵਪੂਰਨ ਹੈ। ਤੁਹਾਨੂੰ ਲੱਗਦਾ ਨਹੀਂ ਉਹ ਸੁਨੇਹਾ ਲੇਟ ਹੋ ਗਿਆ? ਦੇਖੋ, ਲੇਟ ਹੋਣਾ ਨਾ ਹੋਣਾ ਇਹਦਾ ਮੈਟਰ ਨਹੀਂ ਕਰਦਾ, ਲੇਕਿਨ ਪ੍ਰਧਾਨ ਮੰਤਰੀ ਨੇ ਬਹੁਤ ਵੱਡਾ ਦਿਲ ਕਰਕੇ ਜਿਹੜਾ ਹੈ ਉਹ ਇਸ ਗੱਲ ਦੀ ਕਿ ਅਸੀਂ ਸ਼ਾਇਦ ਆਪਣੇ ਚੰਗੇ ਕਾਨੂੰਨਾਂ ਨੂੰ ਸਮਝਾ ਨਹੀਂ ਪਾਏ, ਅਸੀਂ ਉਹਨੂੰ ਵਾਪਸ ਲੈਂਦੇ ਹਾਂ ਔਰ ਨਾ ਸਮਝਾਉਣ ਦੀ ਮਾਫੀ ਵੀ ਖੁਦ ਮੰਗਦੇ ਹਾਂ। ਇੱਕ ਬਹੁਤ ਵੱਡੀ ਦਲੇਰ ਵੱਡਾ ਮਨ ਦਿਖਾ ਕੇ ਉਹਨਾਂ ਨੇ ਗੱਲ ਕੀਤੀ ਹੈ, ਉਹਦਾ ਵੀ ਇੱਕ ਆਪਣਾ ਇੰਪੈਕਟ ਪੰਜਾਬ ਦੀ ਰਾਜਨੀਤੀ ਤੇ ਹੈਗਾ। ਤੁਸੀਂ ਸੈਂਟਰ ਗਵਰਨਮੈਂਟ ਦੇ ਕਾਫੀ ਨਜ਼ਦੀਕ ਹੋ, ਤੁਸੀਂ ਉਸ ਚੀਜ਼ ਨੂੰ ਦੇਖਿਆ ਜਦੋਂ ਕਾਨੂੰਨ ਲਾਗੂ ਹੋਏ, ਉਸ ਤੋਂ ਬਾਅਦ ਜੋ ਕੁਝ ਵੀ ਹੋਇਆ, ਤੁਹਾਨੂੰ ਨਹੀਂ ਲੱਗਦਾ ਕਿ ਟਾਈਮ ਇੰਨਾ ਜ਼ਿਆਦਾ ਖਪ ਗਿਆ, ਮੌਤਾਂ ਹੋ ਗਈਆਂ ਪੰਜਾਬ 'ਚ, ਰੇਲ ਟਰੈਕ ਕੀ, यातायात की हर चीज़ रुकी रही और पंजाब हरियाणा बुरी तरह हर्ट होए हैगे ने, ਤੁਹਾਨੂੰ ਨਹੀਂ ਲੱਗਦਾ ਕੁਝ ਪੋਲੀਟੀਕਲ ਤੌਰ ਤੇ ਦੇਰੀ ਹੋ ਗਈ? ਦੇਖੋ, ਪਹਿਲਾਂ ਮੈਂ ਥੋੜਾ ਸਮਾਂ ਲੈਣਾ ਚਾਹੂੰਗਾ ਇਸ ਗੱਲ ਨੂੰ ਐਕਸਪਲੇਨ ਕਰਨ ਲਈ। ਠੀਕ ਹੈ। ਹਾਂ ਨਾ 'ਚ ਜਵਾਬ ਇਹ ਦੇਣਾ ਪੋਸੀਬਲ ਨਹੀਂ ਹੈ। ਹਾਂ ਵੀ ਤਾਂ ਹੀ ਕੀਤੀ ਜਾਏਗੀ ਜੇ ਉਹ ਪਿੱਛੇ ਆਰਗੂਮੈਂਟਸ ਹੋਣਗੇ, ਠੀਕ ਹੈ, ਨਾ ਵੀ ਤਾਂ ਹੀ ਕੀਤੀ ਜਾਏਗੀ ਜੇ ਉੱਥੇ ਆਰਗੂਮੈਂਟ ਹੋਣਗੇ। ਠੀਕ ਹੈ। ਮੈਂ ਇਸ ਗੱਲ ਨੂੰ ਇਸ ਤਰ੍ਹਾਂ ਐਕਸਪਲੇਨ ਕਰਨਾ ਚਾਹੁੰਦਾ ਇੱਕ ਲਾਈਨ ਦੇ ਵਿੱਚ ਪਹਿਲਾਂ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਇਹ ਕਦੀ ਵੀ ਕਿਸਾਨ ਦੇ ਵਿਰੋਧੀ ਪਾਰਟੀ ਨਹੀਂ ਰਹੀ, ਇਹ ਹਮੇਸ਼ਾ ਕਿਸਾਨ ਦੇ ਹਿੱਤ ਦੀ ਪਾਰਟੀ ਰਹੀ ਹੈ। ਬਿਨਾਂ ਮੰਗੇ ਤੋਂ ਅੱਜ ਤੱਕ ਇਤਿਹਾਸ ਹੈ, ਬਿਨਾਂ ਮੰਗੇ ਤੋਂ ਅਗਰ ਕਿਸੇ ਨੇ ਕੁਝ ਦਿੱਤਾ ਤਾਂ ਉਹ ਭਾਰਤੀ ਜਨਤਾ ਪਾਰਟੀ ਨੇ ਹੀ ਕਿਸਾਨ ਨੂੰ ਦਿੱਤਾ। ਅਟਲ ਜੀ ਵੇਲੇ ਦੀ ਗੱਲ ਕਰੀਏ ਤਾਂ ਕਿਸਾਨ ਕ੍ਰੈਡਿਟ ਕਾਰਡ ਕਦੀ ਨਹੀਂ ਮੰਗਿਆ ਸੀ, ਉਸ ਵੇਲੇ ਅਸੀਂ ਦੇਖਦੇ ਸੀ ਕਿਸਾਨ ਦੀ ਡਿਫਿਕਲਟੀ ਕੀ ਹੈ, ਉਹਨੂੰ ਆਪਣੇ ਛੋਟੇ ਛੋਟੇ ਖਰਚੇ ਕਰਨ ਦੀ ਖਾਤਰ ਕੀ ਮੁਸ਼ਕਲਾਂ ਆ ਰਹੀਆਂ, ਕਿਵੇਂ ਉਹ ਵਾਪਸ ਕਰਦਾ ਪੈਸੇ, ਉਹਦੀ ਪਰਚੇਜਿੰਗ ਪਾਵਰ ਵਧੇ, ਇੱਕਦਮ ਉਹਨਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਚੱਲਿਆ ਸੀ। ਫਿਰ ਮੋਦੀ ਸਰਕਾਰ ਆਈ, ਦੇਖਿਆ 7 ਸਾਲ ਦੇ ਵਿੱਚ ਕਦੀ ਵੀ ਯੂਰੀਏ ਵਾਸਤੇ ਲਾਠੀਚਾਰਜ, ਕਿਸਾਨਾਂ ਨੂੰ ਧੱਕੇ ਪਏ, ਕਿਉਂਕਿ ਕਿਸਾਨ ਦਾ ਯੂਰੀਆ ਜਿਹੜਾ ਸੀ ਉਹ ਬੜੇ ਕੰਮਾਂ ਦੇ ਵਿੱਚ ਅਡਲਟ੍ਰੇਸ਼ਨ ਵਾਸਤੇ ਹੋਰ ਯੂਜ਼ ਨਾ ਸੀ। ਇਸ ਸਰਕਾਰ ਨੇ ਫੈਸਲਾ ਕੀਤਾ ਕਿ ਯੂਰੀਆ ਜੇ ਦੇਣਾ ਹੈ ਤਾਂ ਸਿਰਫ ਕਿਸਾਨ ਨੂੰ ਹੀ ਮਿਲੇ, ਉਹਦੇ ਵਾਸਤੇ ਨੀਮ ਕੋਟਡ ਯੂਰੀਆ ਦੇ ਦਿੱਤਾ। ਇੱਕ ਬਹੁਤ ਵੱਡਾ ਫੈਸਲਾ ਕਿਸਾਨ ਹਿੱਤ 'ਚ, ਜਿਹੜਾ ਸ਼ਾਇਦ ਸ਼ਹਿਰੀ ਲੋਕਾਂ ਵਾਸਤੇ ਇੱਕ ਨਵੀਂ ਸੋਚ ਹੋਵੇ, ਕਿਉਂਕਿ ਕਿਸਾਨ ਨਾਲ ਜੁੜੇ ਹੋਏ ਲੋਕ ਜਿਹੜੇ ਨੇ ਉਹਨਾਂ ਵਾਸਤੇ ਵੀ ਨਵੀਂ ਗੱਲ ਹੋਵੇ। ਉਹ ਕੀ ਹੈ? ਸੋਇਲ ਹੈਲਥ ਕਾਰਡ, ਮਿੱਟੀ ਦੀ ਵੀ ਹੈਲਥ ਕਿੱਦਾਂ ਦੀ ਹੈ ਉਹ ਕਾਰਡ ਦਾ ਬਣਾਉਣਾ, ਤਾਂ ਕਿ ਕਿਸਾਨ ਨੇ ਕੀ ਬੀਜ ਪਾਣਾ, ਕਿਹੜਾ ਬੀਜ ਪਾਣਾ, ਕਿਹੜੀ ਖਾਦ ਪਾਣੀ, ਕਿਹੜਾ ਸਪਰੇਅ ਕਰਨਾ, ਕਿਹੜੀ ਦਵਾਈ ਪਾਣੀ ਆ, ਉਸ ਹੈਲਥ ਕਾਰਡ ਨੂੰ ਦੇ ਕੇ ਉਹ ਕਿਸਾਨ ਕਰੇ। DAP ਦਾ ਰੇਟ ਵਧਿਆ 15,000 ਕਰੋੜ ਰੁਪਇਆ ਬਿਨਾਂ ਕਿਸੇ ਡਿਮਾਂਡ ਤੋਂ, ਮੰਗ ਤੋਂ, ਰਾਤੋਂ ਰਾਤ ਜਿੱਦਾਂ ਰੇਟ DAP ਦੇ ਵਧਿਆ, ਨਾਲੇ ਕਿਸਾਨਾਂ ਦੇ ਖਾਤੇ ਵਿੱਚ 15,000 ਕਰੋੜ ਰੁਪਏ ਦਾ ਟ੍ਰਾਂਸਫਰ। ਫਿਰ 3,000 ਰੁਪਈਆ ਕਿਸਾਨ ਦੀ ਸਨਮਾਨ ਨਿਧੀ, ਉਹ ਵੀ ਕਦੀ ਨਹੀਂ ਮੰਗੀ। MSP ਲੈਣ ਲਈ ਤੁਸੀਂ ਜਾਣਦੇ ਹੋਣੇ ਆ, ਕਿਉਂਕਿ ਪੱਤਰਕਾਰਤਾ ਨਾਲ ਜੁੜੇ ਹੋ, MSP ਲੈਣ ਲਈ ਕਿਸਾਨ ਨੂੰ ਸੜਕਾਂ 'ਤੇ ਧਰਨੇ ਦੇਣੇ ਪੈਂਦੇ ਸੀ, ਲੇਕਿਨ ਸਾਡੀ ਸਰਕਾਰ ਆਉਂਦੇ ਹੀ MSP ਦਾ ਫਾਰਮੂਲਾ ਤੈਅ ਕਰਤਾ ਕਿ ਇਸ ਢੰਗ ਨਾਲ MSP ਹੋਗੀ, ਕਦੀ ਕੋਈ MSP ਨੂੰ ਲੈਣ ਦੇ ਲਈ ਸਰਕਾਰ ਨੂੰ ਨਹੀਂ ਕਰਨਾ ਪਿਆ। ਨਹੀਂ, ਪਰ ਕਿਸਾਨ ਅੱਜ ਵੀ ਜਦੋਂ ਤੁਸੀਂ ਇਹ ਬਿੱਲ ਵਾਪਸ ਲਿਆ MSP ਵਾਸਤੇ ਫਿਰ ਇਹ ਸ਼ੁਰੂ ਹੋ ਗਿਆ। ਮੈਂ ਦੱਸ ਰਿਹਾ ਨਾ। ਹਾਂਜੀ, ਹੁਣ ਜਿਸ ਫਾਰਮੂਲੇ ਨੂੰ ਅਸੀਂ ਤੈਅ ਕੀਤਾ ਜੀ, ਇਹ ਕਿਸਾਨ ਨੂੰ ਵਿਸ਼ਵਾਸ ਕਰਨਾ ਚਾਹੀਦਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਡੇ ਤੇ, ਕਿ ਅਸੀਂ ਕਦੀ ਵੀ ਜਿਸ ਚੀਜ਼ ਨੂੰ ਅਸੀਂ ਪੈਦਾ ਕੀਤਾ ਉਹਨੂੰ ਕਿੱਦਾਂ ਵਾਪਸ ਕਰ ਲਵਾਂਗੇ। ਜਿਹੜਾ ਫਾਰਮੂਲਾ ਅਸੀਂ ਸੈੱਟ ਕੀਤਾ, ਜੋ ਸਵਾਮੀਨਾਥਨ ਦੀ ਰਿਪੋਰਟ ਸੀਗੀ, ਉਹਦੇ ਮੁਤਾਬਕ ਕਿਸਾਨ ਦੀ ਆਮਦਨ ਦੁੱਗਣਾ ਕਰਨ ਦੇ ਵੱਲ ਨੂੰ ਅਸੀਂ ਸਟੈਪ ਲੈਣੇ ਸ਼ੁਰੂ ਕੀਤੇ ਨੇ। ਜਿਹੜੀਆਂ ਗੱਲਾਂ ਨੇ, ਇਹ ਗੱਲਾਂ ਉਹੀ ਨੇ ਜਿਹੜੀਆਂ ਕਿਸਾਨ ਨੂੰ ਉਸ ਟਰੈਪ 'ਚੋਂ ਅਸੀਂ ਕੱਢਣਾ ਚਾਹੁੰਦੇ ਹਾਂ, ਜਿਸ ਟਰੈਪ 'ਚ ਕਿਸਾਨ ਫਸਿਆ ਹੋਇਆ। ਕਿਉਂਕਿ ਅੰਦਾ ਤਾਂ ਅਸੀਂ ਕਿਸਾਨ ਨੂੰ ਕਹਿੰਦੇ ਹਾਂ, ਜੈ ਜਵਾਨ ਜੈ ਕਿਸਾਨ ਦਾ ਨਾਰਾ, ਜੈ ਜਵਾਨ ਜੈ ਕਿਸਾਨ ਦਾ ਨਾਰਾ ਦੇਣ ਵਾਲੀ ਸਰਕਾਰ ਅੱਜ ਉਹਨਾਂ ਕਿਸਾਨਾਂ ਦੇ ਪ੍ਰਤੀ ਕਦੀ ਵੀ ਉਹ ਨਹੀਂ ਕਰੇਗੀ ਕਿ ਉਹਨਾਂ ਦੀ ਡਿਸਰਿਸਪੈਕਟ ਹੋਵੇ। ਮੈਂ ਇੱਕ ਵਾਰੀ ਫਿਰ ਤੁਹਾਡੇ ਰਾਹੀਂ ਬੇਨਤੀ ਕਰਦਾ ਕਿ ਭਾਰਤੀ ਜਨਤਾ ਪਾਰਟੀ ਔਰ ਖਾਸ ਤੌਰ 'ਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਇਹ ਕਿਸਾਨ ਹਿੱਤ ਦੇ ਸਰਕਾਰ ਹੈ, ਕਿਸਾਨ ਹਿੱਤ ਦੀ ਸੋਚ ਹੈ। ਜਿਹੜਾ ਫੈਸਲਾ ਤੁਸੀਂ ਕਹਿੰਦੇ ਕਿ ਲੇਟ ਹੋਇਆ, ਠੀਕ ਹੈ। ਦੇਖੋ, ਹਰ ਚੀਜ਼ ਜੀ ਨੂੰ ਮੁਕਾਉਣ ਦਾ ਇੱਕ ਸਿਸਟਮ ਹੁੰਦਾ। ਬਿਲਕੁਲ, ਕੋਈ ਐਜੀਟੇਸ਼ਨ ਹੁੰਦੀ ਹੈ, ਪਹਿਲੀ ਗੱਲ ਐਜੀਟੇਸ਼ਨ ਸ਼ੁਰੂ ਨਾ ਹੋਵੇ,
ਸਰਕਾਰ ਨੇ ਬੜੇ ਪ੍ਰयास ਕੀਤੇ। ਬਿਲਕੁਲ। ਉਸ ਤੋਂ ਪਹਿਲਾਂ ਮੀਟਿੰਗਾਂ ਹੋਈਆਂ, ਹੂੰ ਐਜੀਟੇਸ਼ਨ ਸ਼ੁਰੂ ਹੋ ਗਈ, ਉਸ ਦੇ ਬਾਅਦ ਵੀ ਮੀਟਿੰਗਾਂ ਹੁੰਦੀਆਂ ਰਹੀਆਂ, 3-4 ਮਿਨਿਸਟਰਾਂ ਦੀ ਟੋਲੀ ਬਣੀ, ਉਹਨਾਂ ਨਾਲ ਬੈਠਣਾ ਹੁੰਦਾ ਰਿਹਾ, ਲੇਕਿਨ ਕਿਸੇ ਕਾਰਨ ਉਹ ਸਿਰੇ ਨਹੀਂ ਚੜਿਆ। ਇਹ ਕਿਸਾਨ ਜਥੇਬੰਦੀਆਂ ਦਾ ਇੱਕੋ ਹੀ ਸੀ ਕਿ ਬਿੱਲ ਵਾਪਸ ਲਿੱਤੇ ਜਾਣ। 26 ਜਨਵਰੀ ਦੀ ਮੇਰੇ ਖਿਆਲ ਘਟਨਾ ਜਿਹੜੀ ਹੈ ਉਹ ਇਸ ਦੇਸ਼ ਵਾਸਤੇ ਬੜੀ ਨਿੰਦਨੀय ਹੈ, ਬੜੀ ਤੁਸੀਂ ਵੀ ਮੰਨਦੇ ਸ਼ਰਮਨਾਕ ਹੋ, ਰਹੀ। ਸਾਰਾ ਦੇਸ਼ ਮੰਨਦਾ। ਉਸ ਦੇ ਬਾਵਜੂਦ ਵੀ ਅੱਜ ਦੱਸੋ, ਜੇ ਇਹੀ ਕਾਂਗਰਸ ਸਰਕਾਰ ਹੁੰਦੀ ਤਾਂ ਗੋਲੀਆਂ ਵੀ ਚਲਦੀਆਂ, ਲਾਠੀਆਂ ਵੀ ਚਲਦੀਆਂ, ਪਰ ਸਾਡੀ ਸਰਕਾਰ ਨੇ ਸਿਰਫ ਔਰ ਸਿਰਫ ਗੱਲਬਾਤ ਦੇ ਰਸਤੇ ਨੂੰ ਹੀ ਅਪਣਾਇਆ। ਔਰ ਕਿਉਂਕਿ ਸਮਝਦੇ ਸੀਗੇ ਕਿ ਕਿਸਾਨ ਜਿਹੜੇ ਨੇ ਇਹਨਾਂ ਨਾਲ ਕੋਈ ਵੀ ਐਸਾ ਲਾਠੀ ਚਾਰਜ ਜਾਂ ਗੋਲੀ ਨਹੀਂ ਚਲਾਉਣੀ ਚਾਹੀਦੀ, ਸਿਰਫ ਗੱਲਬਾਤ ਜਿੰਨਾ ਚਿਰ ਚੱਲਦੀ ਪਈ ਹੈ ਚੱਲੀ ਜਾਵੇ। ਲੇਕਿਨ ਜਦੋਂ ਇਹ ਗੱਲਬਾਤ ਨਹੀਂ ਸਿਰੇ ਚੜੀ ਤਾਂ ਉਸ ਸਮੇਂ ਇੱਕ ਬਹੁਤ ਇਤਿਹਾਸਕ ਦਿਨ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਆ ਰਿਹਾ ਸੀਗਾ। ਜਨਮ ਦਿਹਾੜੇ 'ਤੇ ਆਪਾਂ ਸਮਝਦੇ ਹਾਂ ਕਿ ਕੋਈ ਨਾ ਕੋਈ ਤੁਹਾਡੇ ਬੱਚਿਆਂ ਨਾਲ ਤੁਸੀਂ ਜਨਮ ਹੈ ਗਿਫਟ ਦੇਣਾ, ਕੁਝ ਕਰਨਾ, ਇਹ ਬਹੁਤ ਵੱਡਾ ਇੱਕ ਗਿਫਟ ਜਿਹੜਾ ਹੈ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਪਣੇ ਉੱਤੇ ਇਸ ਗੱਲ ਨੂੰ ਲੈ ਕੇ ਕਿ ਸ਼ਾਇਦ ਅਸੀਂ ਸਮਝਾ ਨਹੀਂ ਪਾਏ, ਇਸ ਕਰਕੇ ਅਸੀਂ ਬਿੱਲ ਵਾਪਸ ਲੈ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਪੁੱਛਣਾ ਚਾਹੁੰਦਾ, ਆਪਣੀ ਪੱਤਰਕਾਰਤਾ 'ਚੋਂ ਬਾਹਰ ਆ ਕੇ ਤੇ ਤੁਹਾਡੇ ਇੱਕ ਬਹੁਤ ਵੱਡੀ ਸ਼ਖਸੀਅਤ ਤੋਂ ਇੱਕ ਗੱਲ ਪੁੱਛਣਾ ਚਾਹੁੰਦਾ। ਪੰਜਾਬ, ਮੇਰਾ ਸਵਾਲ ਮੇਰਾ ਨਹੀਂ, ਤੁਸੀਂ ਕਹਿ ਸਕਦੇ ਪੰਜਾਬ ਵਾਸੀਆਂ ਦਾ ਸਵਾਲ ਹੈ। ਦੋ ਭਰਾਵਾਂ ਦੀ ਝਗੜਾ ਹੋ ਗਿਆ, ਪੰਚਾਇਤ ਨੇ ਬਹਿ ਕੇ ਟੇਬਲ ਤੇ ਸੁਲਝਾ ਦਿੱਤੀ ਗੱਲ। ਆਖਿਰ ਐਸੀ ਕਿਹੜੀ ਗੱਲ ਸੀ ਕਿ ਮੋਦੀ ਸਰਕਾਰ ਔਰ ਕਾਂਗਰਸ ਮੋਦੀ ਸਰਕਾਰ, ਮਾਫੀ ਚਾਹਾਂਗਾ, ਮੋਦੀ ਸਰਕਾਰ ਔਰ ਕਿਸਾਨ ਕਿਉਂ ਨਹੀਂ ਸਮਝਾ ਪਾਇਆ? ਆਖਿਰ ਐਸੀ ਕਿਹੜੀ ਗੱਲ ਹੋ ਗਈ, ਕਿਉਂ ਹੋ ਗਿਆ ਇਹ ਸਾਰਾ ਕੁਝ? ਦੇਖੋ, ਮੈਂ ਉਸ ਕੰਟਰੋਵਰਸੀ 'ਚ ਜਾਣਾ ਨਹੀਂ ਚਾਹੁੰਦਾ। ਠੀਕ ਹੈ, ਬਾਰ-ਬਾਰ ਅਸੀਂ ਕਹਿ ਚੁੱਕੇ ਹਾਂ ਕਿ ਇਹ ਇਕੱਲਾ ਕਿਸਾਨ ਅੰਦੋਲਨ ਹੀ ਸੀ। ਕੁਝ ਐਸੀਆਂ ਤਾਕਤਾਂ ਵੀ ਲੋਕ, ਪਿੱਛੇ ਜੁੜ ਗਈਆਂ, ਐਸੀ ਤਾਕਤਾਂ ਕੁਝ ਜੁੜ ਗਈਆਂ ਜਿਹੜੀਆਂ ਨਹੀਂ ਚਾਹੁੰਦੀਆਂ ਸੀਗੀਆਂ ਕਿ ਇਸ ਅੰਦੋਲਨ ਨੂੰ ਖਤਮ ਹੋਣ ਦਿੱਤਾ ਜਾਵੇ। ਉਹਨਾਂ ਦੇ ਕੋਲ ਸੈਲਫ ਇੰਟਰਸਟ ਹੋਣਗੇ, ਲੇਕਿਨ ਅਸੀਂ ਨਹੀਂ ਚਾਹੁੰਦੇ ਸੀਗੇ ਕਿ ਮੇਰੇ ਪੰਜਾਬ ਦਾ ਮਾਹੌਲ ਕੋਈ ਖਰਾਬ ਹੋਵੇ। ਅਸੀਂ ਨਹੀਂ ਚਾਹੁੰਦੇ ਸੀਗੇ ਕਿ ਇਸ ਦੇਸ਼ ਦਾ ਮਾਹੌਲ ਖਰਾਬ ਹੋਵੇ। ਇਸ ਕਰਕੇ ਉਸ ਅਕਲਮੰਦੀ ਨਾਲ ਕੰਮ ਲੈਂਦੇ ਹੋਏ, ਹੌਸਲਾ ਰੱਖਦੇ ਹੋਏ, ਤਸੱਲੀ ਕਰ ਰੱਖਦੇ ਹੋਏ ਇਹ ਨਿਰਣੇ ਬਿੱਲ ਲੈਣ ਦਾ ਲਿੱਤਾ ਗਿਆ ਹੈ। ਹੁਣ ਆਪਾਂ ਗੱਲ ਕਰਦੇ ਹਾਂ ਤੁਹਾਡੇ ਕੁਝ ਇੱਕ ਬਹੁਤ ਪੁਰਾਣੇ ਸਾਥੀ ਦੀ, ਨਵਜੋਤ ਸਿੰਘ ਸਿੱਧੂ ਦੀ। ਉਹਨਾਂ ਨੇ ਮਜੀਠੀਆ ਜੀ ਤੇ FIR ਕੀਤੀ ਹੋਈ ਹੈ, ਸਭ ਜਾਣਦੇ ਉਹਨਾਂ ਦੀ ਵਜ੍ਹਾ ਨਾਲ ਹੀ ਹੋਈ ਹੈ। DGP ਵੀ ਬਦਲੇ ਗਏ ਨੇ। ਉਹ ਕਿਸੇ ਮੰਚ ਤੇ ਵੀ ਜਦੋਂ ਜਾਂਦੇ ਨੇ ਉਹ ਡਾਂਸ ਵੀ ਕਰਨ ਲੱਗ ਪੈਂਦੇ ਨੇ ਔਰ ਉਹ ਆਪਣੇ ਸਾਰੀ ਕੰਟਰੋਵਰਸ਼ੀਅਲ ਚੀਜ਼ਾਂ ਨੂੰ ਇਕੱਠੀਆਂ ਕਰ ਲੈਂਦੇ ਨੇ ਔਰ ਉਹਨਾਂ ਦਾ ਧਿਆਨ ਸਾਰਾ ਉਸੇ ਪਾਰਟੀ ਤੇ ਰਹਿੰਦਾ ਵਾ। ਤੁਹਾਡੇ ਨਾਲ ਵੀ ਸ਼ਾਇਦ ਉਹਨਾਂ ਦਾ ਇਹ ਕਹਿਣਾ ਸੀ ਵੀ ਮੇਰੀ ਗੱਲ ਨਹੀਂ ਸੁਣੀ ਗਈ, ਚਲੋ ਇੱਕ ਪੁਰਾਣੀ ਗੱਲ ਹੋ ਗਈ, ਉਹ ਛੱਡ ਕੇ ਕਾਂਗਰਸ ਦੇ ਵਿੱਚ ਆ ਗਏ। ਇਹ ਕੀ ਸਭ ਚੱਲ ਰਿਹਾ ਹੈਗਾ ਵੈ? ਸਿੱਧੂ ਜੀ ਇਸ ਤਰ੍ਹਾਂ ਕਿਉਂ ਕਰ ਰਹੇ ਨੇ? ਉਹ ਕੁਝ ਐਸੇ ਮੁੱਦਿਆਂ ਨੂੰ ਫੜ ਕੇ ਬਹਿ ਗਏ ਨੇ ਕਿ ਆਹ ਚੀਜ਼ਾਂ ਹੋਣੀਆਂ ਹੀ ਚਾਹੀਦੀਆਂ ਨੇ। ਇਹ ਕਿਉਂ ਹੋ ਰਿਹਾ? ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹਨਾਂ ਦੇ ਉੱਤੇ? ਦੇਖੋ, ਜੇ ਕਿਸੇ ਰਾਜਨੀਤਿਕ ਕਾਰਜਕਰਤਾ ਨੇ ਆਪਣੀ ਪਾਰਟੀ ਬਣਾਉਣ ਲਈ, ਆਪਣੀ ਕੰਸਟੀਟਿਊਂਸੀ ਬਣਾਉਣ ਲਈ, MLA ਬਣਨ ਲਈ, MP ਬਣਨ ਲਈ ਮਿਹਨਤ ਕੀਤੀ ਹੋਵੇ ਨਾ, ਉਸ ਨੂੰ ਉਸ ਚੀਜ਼ ਦੀ ਕਦਰ ਹੁੰਦੀ ਹੈ। ਠੀਕ ਹੈ। ਜਿਸ ਨੂੰ ਉੱਪਰੋਂ ਮਿਲ ਜਾਵੇ ਉਹਨੂੰ ਉਸ ਚੀਜ਼ ਦੀ ਕਦਰ ਨਹੀਂ ਹੁੰਦੀ। ਮੈਂ ਸਮਝਦਾ ਕਿ ਸਿੱਧੂ ਸਾਹਿਬ ਦਾ ਮੈਂ ਬਿਆਨ ਪੜ੍ਹ ਕੇ ਬੜਾ ਹੈਰਾਨ ਹੋਇਆ ਕਿ ਜੇ ਮੇਰੇ ਕੋਲ ਪਾਵਰ ਹੁੰਦੀ ਤੇ ਮੈਂ 1-2 ਦਿਨ 'ਚ ਮਸਲੇ ਹੱਲ ਕਰ ਦੇਣੇ ਸੀ। ਸਰਕਾਰ ਉਹਨਾਂ ਦੀ, ਪ੍ਰਧਾਨ ਹੋ, ਇਹਦਾ ਮਤਲਬ ਨੂੰ ਪਾਵਰ 'ਚ ਕੌਣ ਹੈ? ਇਹ ਪ੍ਰਸ਼ਨ ਜਨਤਾ ਪੁੱਛ ਰਹੀ ਹੈ। ਤਾਂ ਇਸ ਗੱਲ ਤੋਂ ਸਮਝ ਸਕਦੇ ਹੋ ਕਿ ਕਿੰਨੀ ਸੋਚਦੇ ਸਮਝਦੇ ਮਾਲਕ ਨੇ ਉਹ। ਹੁਣ ਅਸੀਂ ਬਹੁਤ ਵੱਡੇ ਪੋਲਿਊਸ਼ਨ ਖਤਮ ਕਰਨ ਦੀ ਗੱਲ ਚੱਲਦੇ ਹਾਂ, ਦਿੱਲੀ ਦੇ ਵਿੱਚ এনवायरमेंटल ਇਸ਼ੂ ਹੈਗੇ ਨੇ, ਲੇਕਿਨ ਇਸ ਰਾਜਨੀਤੀ 'ਚੋਂ ਕੋਈ ਨਾ ਕੋਈ ਐਸਾ ਵਿਅਕਤੀ ਤਾਂ ਹੋਏਗਾ ਜਿਹੜਾ ਪੋਲੀਟੀਕਲ ਪੋਲਿਊਸ਼ਨ ਨੂੰ ਵੀ ਖਤਮ ਕਰਨ ਦੀ ਕੋਸ਼ਿਸ਼ ਕਰੇ। ਅੱਜ ਇੱਦਾਂ ਦੇ ਲੋਕ ਤਾਂ ਇਹ ਪੋਲੀਟੀਕਲ ਪੋਲਿਊਸ਼ਨ ਹੀ ਬੜਾ ਪੈਦਾ ਕਰ ਰਹੇ ਨੇ, ਲੇਕਿਨ ਇਹ ਵਿੰਡਿਕਟਿਵਨੈਸ ਜਿਹੜੀ ਹੈ ਉਹ ਰਾਜਨੀਤੀ ਅੱਛੀ ਨਹੀਂ ਹੁੰਦੀ, ਇਹ ਐਂਡਲੈਸ ਹੁੰਦੀ ਨਹੀਂ। ਜੇ ਕੱਲ੍ਹ ਨੂੰ ਇੱਕ ਪਰਚਾ ਤੁਸੀਂ ਰਜਿਸਟਰ ਕਰਾਤਾ, ਇੱਕ ਮੈਂ ਕਰਾਤਾ, ਕੱਲ੍ਹ ਨੂੰ ਮੈਂ ਆ ਗਿਆ ਤੁਹਾਡੇ ਅੰਦਰ, ਉਹਦੇ ਨਾਲ ਲੋਕਾਂ ਦਾ ਭਲਾ ਹੋਣ ਵਾਲਾ ਨਹੀਂ। ਗੱਲ ਉਹ ਕਰੀਏ ਜਿਹਦੇ ਨਾਲ ਮੇਰੇ ਪੰਜਾਬ ਦਾ ਭਲਾ ਹੋਵੇ, ਗੱਲ ਉਹ ਕਰੀਏ ਜਿਹਦੇ ਨਾਲ ਮੇਰੇ ਦੇਸ਼ ਪੰਜਾਬ ਦੇ ਪੰਜਾਬੀਆਂ ਦਾ ਭਲਾ ਹੋਵੇ। ਅਸੀਂ ਤਾਂ ਲੜਾਈ ਲੜ ਰਹੇ ਹਾਂ ਪੰਜਾਬੀ ਦੀ, ਅਸੀਂ ਲੜਾਈ ਲੜ ਰਹੇ ਪੰਜਾਬ ਦੀ, ਅਸੀਂ ਲੜਾਈ ਲੜ ਰਹੇ ਪੰਜਾਬੀਅਤ ਦੀ। ਉਹਦੀ ਗੱਲ ਕੌਣ ਕਰੇਗਾ? ਅੱਜ ਅਸੀਂ ਇੱਕ ਦੂਏ ਨੂੰ ਗੱਲ ਕਰਕੇ, ਇੱਕ ਦੂਏ ਨੂੰ ਜੇਲ੍ਹ 'ਚ ਪਾ ਕੇ, ਇੱਕ ਦੂਏ ਦੇ ਪਰਚੇ ਰਜਿਸਟਰ ਕਰਕੇ ਇਹ ਗੱਲ ਥਾਣੇ 'ਚ ਮੁੱਕੇਗੀ ਜਾਂ ਸੱਥਾਂ 'ਚ ਮੁੱਕੇਗੀ ਜਾਂ ਲੋਕਾਂ ਦੇ ਵਿੱਚ ਬੈਠ ਕੇ ਮੁੱਕੇਗੀ? ਇਹ ਫੈਸਲਾ ਪੋਲੀਟੀਕਲ ਪਾਰਟੀ ਨੂੰ ਕਰਨਾ ਪਏਗਾ। ਮੇਰਾ ਇੱਕੋ ਮੰਨਣਾ ਕਿ ਪੰਜਾਬੀ ਲੋਕ ਬੜੇ ਮਾਰਸ਼ਲ ਨੇ। ਪੰਜਾਬੀ ਲੋਕ, ਸਾਨੂੰ ਉਹਨਾਂ 10 ਗੁਰੂਆਂ ਦਾ ਆਸ਼ੀਰਵਾਦ ਹੈ। ਸੰਤਾਂ ਦੀ ਧਰਤੀ ਹੈ ਇਹ ਬੜੇ ਸਾਧੂ ਮਹਾਤਮਾ ਦੀ ਧਰਤੀ ਹੈ। ਇਹਦੇ 'ਚ ਜਿੱਥੇ ਧਰਮ ਆਪਣਾ ਇੱਕ ਸਥਾਨ ਰੱਖਦਾ, ਉੱਥੇ ਜੁਝਾਰੂਪਨ ਵੀ ਆਪਣਾ ਇੱਕ ਸਥਾਨ ਰੱਖਦਾ। ਤਾਂ ਮੈਂ ਇਹ ਸਮਝਦਾ ਕਿ ਮਰਿਆਦਾ ਤੋਂ ਹਟ ਕੇ ਸਾਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ। ਅਸੀਂ ਪੰਜਾਬੀ ਸਮਝੇ ਜਾਣੇ, ਇਸ ਕਰਕੇ ਜਾਣੇ ਕਿਤੇ ਵੀ ਕੋਈ ਤਕਲੀਫ ਹੁੰਦੀ ਹੈ, ਸਭ ਤੋਂ ਪਹਿਲਾਂ ਅਗਰ ਹੱਥ ਉੱਠਦਾ
ਤਾਂ ਪੰਜਾਬੀਆਂ ਦਾ ਸੇਵਾ ਵਾਸਤੇ ਹੱਥ ਉੱਠਦਾ। ਕਿਆ ਅਸੀਂ ਇਹ ਗੱਲਾਂ ਨੂੰ ਖਤਮ ਕਰਨਾ ਚਾਹੁੰਦੇ ਹਾਂ? ਸਰ ਚਲੋ ਦੂਸਰੇ ਪਾਸੇ ਅਗਰ ਆਪਾਂ ਅਕਾਲੀ ਦਲ ਦੀ ਗੱਲ ਕਰੀਏ, ਉਹ ਕਹਿੰਦੇ ਨੇ FIR ਗਲਤ ਹੋ ਗਈ ਜੀ, ਉਹ ਥਾਣਾ ਹੀ ਨਵਾਂ ਹੈਗਾ ਜੀ, ਉਹ ਬੜੇ ਐਕਸਕਿਊਜ਼ਸ ਦੱਸ ਰਹੇ ਹੈਗੇ ਨੇ। ਤੇ ਸੁਖਵੀਰ ਬਾਦਲ ਤੋਂ ਬਾਅਦ ਅਗਰ ਨਾਮ ਲਿੱਤਾ ਜਾਂਦਾ ਵਿਕਰਮ ਸਿੰਘ ਮਜੀਠੀਆ ਜੀ ਦਾ, ਇਹ ਜਿਹੜੀ FIR ਹੋਈ ਹੈ, ਇਹ ਰੰਜਿਸ਼ਨ ਹੈ ਜਾਂ ਨਹੀਂ ਹੈ? ਰੰਜਿਸ਼ਨ ਹੈ। ਦੇਖੋ ਹੁਣ ਕਿਉਂਕਿ ਮੈਟਰ ਇਹ ਕੋਰਟ 'ਚ ਵੀ ਚਲਾ ਗਿਆ, ਬਿਲਕੁਲ ਮੇਰਾ ਕਮੈਂਟ ਕਰਨਾ ਇਸ ਤੇ ਠੀਕ ਨਹੀਂ, ਤੇ ਜੋ ਹੁਣ ਕੋਰਟ ਫੈਸਲਾ ਕਰੇਗਾ ਉਹਦਾ ਹੀ ਨਿਰਣੇ ਆਪਾਂ ਮੰਨਾਂਗੇ। ਲੇਕਿਨ ਮੈਂ ਜਿਹੜੀ ਪੋਲੀਟੀਕਲ ਪੋਲਿਊਸ਼ਨ ਦੀ ਗੱਲ ਕੀਤੀ ਹੈ, ਇਹ ਸਾਰੀਆਂ ਪਾਰਟੀਆਂ ਨੂੰ ਖਿਆਲ ਰੱਖਣਾ ਚਾਹੀਦਾ ਕਿ ਅਸੀਂ ਵਾਤਾਵਰਨ ਇਸ ਪੰਜਾਬ ਦਾ ਖਰਾਬ ਨਾ ਹੋਣ ਦੇਈਏ। ਸਰ ਇੱਕ ਤੁਸੀਂ ਗੱਲ ਕੀਤੀ ਸੀ 4.5 ਸਾਲ ਸਰਕਾਰ ਨੇ ਕੁਝ ਨਹੀਂ ਕੀਤਾ, ਤੁਹਾਡੇ ਆਪਣੇ ਲਫ਼ਜ਼ ਨੇ। ਕੈਪਟਨ ਸਾਹਿਬ ਮੁੱਖ ਮੰਤਰੀ ਸੀ, ਅੱਜ ਉਹ ਤੁਹਾਡੇ ਨਾਲ ਖੜੇ ਆ। ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ, ਪ੍ਰਗਟ ਸਿੰਘ ਨੇ ਕਿਹਾ ਸੀ ਕਿ ਇਹ ਭਾਰਤੀ ਜਨਤਾ ਪਾਰਟੀ ਵੱਲੋਂ ਸਰਕਾਰ ਚਲਾਈ ਜਾ ਰਹੀ ਹੈ, ਅੱਜ ਉਹ ਤੁਹਾਡੇ ਨਾਲ ਖੜੇ ਹੋ ਗਏ ਆ। ਔਰ ਪ੍ਰਗਟ ਸਿੰਘ ਨੇ ਇੱਕ ਲਾਸਟ ਬਿਆਨ ਵੀ ਦਿੱਤਾ ਕਿ ਬਿੱਲੀ ਥੈਲੇ 'ਚੋਂ ਬਾਹਰ ਆ ਗਈ ਹੈ। ਦੇਖੋ ਜਦੋਂ ਕੋਈ ਆਫੀਸ਼ੀਅਲੀ ਅਨਾਉਂਸਮੈਂਟ ਹੋਏਗੀ ਦੋਨਾਂ ਪਾਰਟੀਆਂ ਦੀ, ਫਿਰ ਕਿਸੇ ਗੱਲ ਨੂੰ ਅਸੀਂ ਕਹਿ ਸਕਦੇ ਹਾਂ ਵੀ ਕੌਣ ਕਿਹਦੇ ਨਾਲ ਹੈ। ਠੀਕ ਹੈ, ਠੀਕ ਹੈ। ਕੈਪਟਨ ਸਾਹਿਬ ਜੁੜੇ ਹੋਏ ਆ, ਆਪਣੀ ਉਹਨੇ ਪਾਰਟੀ ਬਣਾਈ ਹੈ, ਉਹਨਾਂ 'ਚ ਲੋਕ ਸ਼ਾਮਲ ਹੋ ਰਹੇ ਨੇ ਤੇ ਉਹ ਆਪਣੇ ਜ਼ਿਲ੍ਹਾ ਪ੍ਰਧਾਨ ਅਨਾਉਂਸ ਕਰ ਰਹੇ ਨੇ, ਪਾਰਟੀ ਨੂੰ ਖੜੀ ਕਰ ਰਹੇ ਨੇ। ਉਸ ਤੋਂ ਪਹਿਲੇ ਮੋਦੀ ਜੀ ਨੂੰ, ਅਮਿਤ ਸ਼ਾਹ ਜੀ ਨੂੰ ਮਿਲ ਕੇ ਆਏ ਨੇ 2 ਵਾਰੀ। ਦੇਖੋ ਦੇਸ਼ ਦੇ ਪ੍ਰਧਾਨ ਮੰਤਰੀ ਨੇ ਮੋਦੀ ਜੀ, ਉਹ ਅਮਿਤ ਸ਼ਾਹ ਜੀ ਆਪਣੇ ਹੋਮ ਮਿਨਿਸਟਰ ਨੇ। ਪੋਲੀਟੀਕਲ ਲੋਕਾਂ ਦਾ ਇੱਕ ਦੂਜੇ ਨੂੰ ਮਿਲਣਾ, ਇਹ 'ਚ ਕੋਈ ਗਲਤ ਗੱਲ ਨਹੀਂ। ਚੰਨੀ ਸਾਹਿਬ ਵੀ ਤਾਂ CM ਬਣ ਤੋਂ ਮਿਲ ਕੇ ਆਏ ਆ। ਇੱਕ ਸ਼ਿਸ਼ਟਾਚਾਰ ਬੈਠਕਾਂ ਨੇ, ਮੰਤਰੀ ਨੇ, ਉਹ ਐਕਸ ਮੁੱਖ ਮੰਤਰੀ ਨੇ, ਸ਼ਿਸ਼ਟਾਚਾਰ ਬੈਠਕਾਂ ਨੇ, ਪਾਰਟੀ ਬਣਾਉਣ ਜਾ ਰਹੇ ਨੇ, ਉਹ ਪਾਰਟੀ ਵਿੱਚ ਹੈਗੇ ਨੇ। ਬਿਲਕੁਲ ਠੀਕ ਹੈ, ਸ਼ਿਸ਼ਟਾਚਾਰ ਬੈਠਕਾਂ ਨੇ, ਹੋਣ 'ਚ ਕੋਈ ਹਰਜ ਨਹੀਂ। ਜਦ ਤੱਕ ਸਾਡੇ ਆਪਣੇ ਨੈਸ਼ਨਲ ਪ੍ਰੈਜ਼ੀਡੈਂਟ ਔਰ ਕੋਈ ਬਾਕੀ ਲੋਕ ਅਨਾਉਂਸਮੈਂਟ ਨਹੀਂ ਕਰਦੇ, ਤਦ ਤੱਕ ਕੋਈ ਗੱਲਾਂ ਇਹਨਾਂ ਬਾਰੇ ਕਰਨੀਆਂ ਪ੍ਰੀਮੈਚੁਰ ਨੇ। ਸਰ ਜਿਹੜੇ ਕੈਪਟਨ ਸਾਹਿਬ ਦੇ ਬਹੁਤ ਕਰੀਬੀ ਸੀਗੇ, ਰਾਣਾ ਗੁਰਮੀਤ ਸੋਢੀ ਦੀ ਵੀ ਆਪਾਂ ਗੱਲ ਕਰੀਏ, ਜਿਹੜੇ ਕਰੀਬੀ ਸੀ ਉਹਨਾਂ ਦੇ, ਉਹ ਅਲਟੀਮੇਟਲੀ ਉਹਨਾਂ ਨੂੰ ਦਰਕਨਾਰ ਤਾਂ ਕੀਤਾ ਹੀ ਜਾ ਰਿਹਾ, ਨਜ਼ਰ ਆ ਰਿਹਾ ਹੈਗਾ ਵਾ, ਮੀਡੀਆ ਰਾਹੀਂ ਵੀ ਨਜ਼ਰ ਆ ਰਿਹਾ, ਉਹਦਾ ਵੀ ਪਤਾ ਲੱਗ ਰਿਹਾ ਉਹ BJP ਵੱਲ ਹੀ ਜੁਆਇਨਿੰਗ ਕਰ ਰਹੇ ਨੇ। ਦੇਖੋ BJP ਇੱਕ ਇਸ ਵੇਲੇ ਇੱਕ ਬਹੁਤ ਵੱਡੀ ਆਪਸ਼ਨ ਹੈ ਆਮ ਲੋਕਾਂ ਵਾਸਤੇ, ਆਮ ਪੰਜਾਬੀਆਂ ਵਾਸਤੇ। ਕਾਰਨ ਕੀ ਹੈ, ਪਹਿਲਾਂ ਸਾਡੇ ਕੋਲ ਸਪੇਸ ਹੀ ਨਹੀਂ ਸੀਗਾ, ਅਸੀਂ 23 ਸੀਟਾਂ ਲੜਦੇ ਸੀ, ਤੇ ਅੱਜ BJP ਨੇ ਫੈਸਲਾ ਕੀਤਾ ਕਿ 117 ਲੜਨੀਆਂ, 117 ਲੜਨੀਆਂ, ਤੇ 117 ਲੜਨੀਆਂ ਨਹੀਂ, ਅਸੀਂ ਜਿੱਤਣੀਆਂ ਵੀ ਹੈ। ਤੇ ਉਹਦੇ ਲਈ ਅੱਛੇ ਲੀਡਰ, ਕਦਵਰ ਲੀਡਰ ਸਾਡੇ ਕੋਲ ਆਉਣ, ਤਾਂ ਕਿ ਸਾਡਾ ਵੀ ਸਪੇਸ ਜਿਹੜਾ ਹੈ ਉਹ ਕ੍ਰੀਏਟ ਹੋਵੇ, ਵਧੇ। ਮਤਲਬ ਮੰਨੀਏ ਕਿ BJP ਦਾ ਦਰਵਾਜ਼ਾ ਖੁੱਲ੍ਹਾ ਹੈ। ਬਿਲਕੁਲ, ਕੋਈ ਵੀ ਆਵੇ, ਤੁਸੀਂ ਆਉਣਾ ਚਾਹ ਸਕਦੇ ਹੋ। ਹਾਂ ਤੁਸੀਂ ਆਉਣਾ, ਤੁਸੀਂ ਵੀ ਆ ਜਾਓ, ਪਰ ਟਿਕਟ ਦੀ ਗਰੰਟੀ ਨਹੀਂ ਲੈਣੀ। ਟਿਕਟ ਦੀ ਗਰੰਟੀ ਨਹੀਂ ਲੈਣੀ, ਪਰ ਮੈਂ ਕੈਮਰੇ ਦੇ ਨਾਲ ਹੀ ਚੰਗਾ ਲੱਗਾਂਗਾ ਤੁਹਾਡੇ ਨਾਲ। ਆਪਾਂ ਕੁਝ ਗੱਲ ਤੁਹਾਡੇ ਬਾਰੇ ਵੀ ਕਰਨੀ ਹੈ। ਮੰਝੇ ਹੋਏ ਖਿਲਾੜੀ ਹੋ ਸਿਆਸਤ ਦੇ, ਸਵਾਲਾਂ ਦਾ ਜਵਾਬ ਵੀ ਮੰਝ ਕੇ ਦਿੰਦੇ ਹੋ ਕਿ ਕਿਤੇ ਕੁਝ ਐਸੀ ਗੱਲ ਨਾ ਮੂੰਹੋਂ ਨਿਕਲ ਜਾਵੇ। ਤੁਹਾਡੇ ਪਿਛਲੇ ਸਾਰੇ ਕੈਰੀਅਰ 'ਚ ਤੁਸੀਂ ਜੰਮੂ ਕਸ਼ਮੀਰ ਦੇ ਪ੍ਰਭਾਰੀ ਰਹੇ, ਸਰਕਾਰ ਬਣ ਗਈ। ਹਿਮਾਚਲ ਦੇ ਪ੍ਰਭਾਰੀ ਹੋ, ਸਰਕਾਰ ਬਣ ਗਈ। ਲੱਗਦਾ ਕਿ ਮੈਂ ਭਾਵੀ ਮੁੱਖ ਮੰਤਰੀ ਨਾਲ ਗੱਲ ਕਰ ਰਿਹਾ। ਕਿਤੇ ਇੱਕ ਦਿਨ ਆਏਗਾ ਜਿੱਦਾਂ UP ਦੇ ਵਿੱਚ ਯੋਗੀ ਆਦਿੱਤਿਆਨਾਥ ਨੂੰ ਬੁਲਾਇਆ ਗਿਆ ਸੀ, ਤੇ ਉਹ ਤੁਹਾਨੂੰ ਫੋਨ ਆਏਗਾ ਚੰਡੀਗੜ੍ਹ ਰਾਜ ਭਵਨ ਪਹੁੰਚੋ, ਲੱਗਦਾ? ਦੇਖੋ ਇਹ ਇੱਕ ਸੁਪਨੇ ਲੈਣ ਦੀ ਗੱਲ ਹੁੰਦੀ ਹੈ, ਪਰ ਰਾਜਨੀਤੀ 'ਚ ਨਿਰਣੇ ਪਾਰਟੀ ਨੇ ਕਰਨੇ ਹੁੰਦੇ ਨੇ। ਅੱਜ ਇੱਕ ਚਾਹ ਵੇਚਣ ਵਾਲਾ ਮੁੱਖ ਮੰਤਰੀ ਬਣ ਸਕਦਾ, ਦੇਸ਼ ਦਾ ਪ੍ਰਧਾਨ ਮੰਤਰੀ ਬਣ ਸਕਦਾ। ਸਾਡੀ ਪਾਰਟੀ ਕੈਡਰ ਬੇਸ ਪਾਰਟੀ ਹੈ, ਕੋਈ ਵਿਅਕਤੀ ਪਾਰਟੀ ਦੇ ਹੁਕਮ ਨੂੰ ਨਾ ਨਹੀਂ ਕਰ ਸਕਦਾ। ਇਸ ਕਰਕੇ ਪਾਰਟੀ ਨੇ MLA ਲੜਾਇਆ, MLA ਲੜੇ ਆ, ਪਾਰਟੀ ਨੇ MP ਲੜਾਇਆ, MP ਲੜੇ ਨੇ। ਪਾਰਟੀ ਨੇ ਟਿਕਟ ਨਹੀਂ ਦਿੱਤੀ, ਪ੍ਰਾਈਵੇਟ ਨੌਕਰੀ ਕਰਨੀ ਪਈ, ਪ੍ਰਾਈਵੇਟ ਨੌਕਰੀ ਵੀ ਕੀਤੀ ਹੈ। ਉਸ ਤੋਂ ਬਾਅਦ ਕਮਿਸ਼ਨ 'ਚ ਕੰਮ ਕਰਨ ਨੂੰ ਕਿਹਾ, ਪਾਰਟੀ ਨੇ ਕਮਿਸ਼ਨ 'ਚ ਕੰਮ ਕਰ ਲਿਆ। ਰਾਜ ਸਭਾ 'ਚ ਭੇਜਦਾ, ਰਾਜ ਸਭਾ 'ਚ ਭੇਜਤਾ। ਅੱਜ ਰੈੱਡ ਕ੍ਰਾਸ ਵੀ ਕੰਮ ਕਰ ਰਿਹਾ ਅੱਜ ਕੱਲ੍ਹ। ਹਾਂ, ਰੈੱਡ ਕ੍ਰਾਸ ਜ਼ਿੰਮੇਵਾਰੀ ਦਿੱਤੀ ਹੈ, 6 ਸਾਲ ਤੋਂ ਮੈਂ ਵਾਈਸ ਚੇਅਰਮੈਨ ਹਾਂ। ਇਸ ਕਰਕੇ ਸਾਡੇ ਲੋਕਾਂ ਦੀ ਸਾਰਾ ਸਮਰਪਣ ਪਾਰਟੀ ਲਈ ਹੁੰਦਾ, ਔਰ ਪਾਰਟੀ ਇੱਕ ਮਾਂ ਦੀ ਤਰ੍ਹਾਂ ਹੁੰਦੀ ਹੈ। ਜਿੱਦਾਂ ਮਾਂ ਆਪਣੇ ਬੱਚਿਆਂ ਦਾ ਖਿਆਲ ਰੱਖਦੀ ਹੈ, ਉਹ ਮਾਂ ਨੇ ਦੇਖਣਾ ਕਿ ਕਿਹਨੂੰ ਕਿਹਦੇ ਨਾਲ ਕਿਹੜੀ ਜ਼ਿੰਮੇਵਾਰੀ ਦੇਣੀ ਹੈ। ਇਸ ਕਰਕੇ ਪਾਰਟੀ ਹੀ ਸਭ ਕੁਝ ਤੈਅ ਕਰਦੀ ਹੈ। ਮੇਰੇ ਜਵਾਬ, ਆਪਣੇ ਸਵਾਲ ਨੂੰ, ਜਵਾਬ ਨੂੰ ਬਿਲਕੁਲ ਤੁਸੀਂ ਘੁਮਾ ਦਿੱਤਾ ਹੈਗਾ ਇੱਕ ਮਜ਼ੇ ਹੋਏ ਖਿਲਾੜੀ ਦੀ ਤਰ੍ਹਾਂ। ਮੈਂ ਇਹ ਪੁੱਛ ਰਿਹਾ ਸੀ ਕਿ ਕੀ ਇੱਕ ਸਮਾਂ ਆਏਗਾ ਜਿੱਦਾਂ ਯੋਗੀ ਆਦਿੱਤਿਆਨਾਥ ਨੂੰ ਫੋਨ ਆਇਆ ਸੀ, ਉੱਥੇ ਤੁਸੀਂ ਲਖਨਊ ਪਹੁੰਚੋ ਜਾਂ ਦਿੱਲੀ ਪਹੁੰਚੋ, ਤੁਹਾਨੂੰ ਫੋਨ ਆ ਸਕਦਾ? ਇਹਦਾ ਜਵਾਬ ਮੈਂ ਨਹੀਂ ਦੇ ਸਕਦਾ ਜੀ, ਇਹਦਾ ਫੋਨ ਕਰਨ ਵਾਲੇ ਦੇ ਸਕਦੇ। ਕਿਉਂਕਿ ਤੁਹਾਡੇ ਜਿੰਨੇ ਕੰਮ ਤੁਸੀਂ ਅੱਜ ਤੱਕ ਕੀਤੇ ਆ, ਜਿੱਥੇ ਪ੍ਰਭਾਰੀ ਰਹੇ ਹੋ, ਜਿਹੜੀ ਸਭਾਵਾਂ 'ਚ ਗਏ ਹੋ, ਜਿਹੜੇ ਕਮਿਸ਼ਨ 'ਚ ਕੰਮ ਕੀਤਾ, ਉਹ ਉੱਪਰ ਨੂੰ ਗਿਆ। ਔਰ ਉਹ ਕਦੀ ਜਿੱਦਾਂ ਸਿੱਧੂ ਸਾਹਿਬ ਅੱਜ ਕੱਲ੍ਹ ਬਹੁਤ ਖਲੇਰਾ ਪਾਉਣ ਲੱਗੇ ਹੋਏ ਨੇ ਪਿਛਲੇ 4-5 ਸਾਲ ਤੋਂ, ਤੁਹਾਡੇ ਕੰਮ ਨੂੰ ਬੜਾ ਸਧਿਆ ਹੋਇਆ ਦੇਖਿਆ ਲੋਕਾਂ ਨੇ, ਕੰਟਰੋਵਰਸੀ ਤੋਂ ਬੜੇ ਦੂਰ ਹੈਗੇ ਹੋ। ਤੇ ਐਸੇ ਲੋਕਾਂ ਨੂੰ ਅਕਸਰ ਫੋਨ ਆਉਂਦਾ ਜੀ ਰਾਜ ਭਵਨ ਪਹੁੰਚੋ। ਇਹ ਗੱਲ ਸਵਾਲ ਮੈਂ ਤਾਂ ਪੁੱਛ ਰਿਹਾ ਵਾਂ। ਨਹੀਂ, ਮੈਂ ਵੀ ਇਹ ਕਹਿਣਾ ਜੀ, ਇਹ ਫੈਸਲਾ ਮੇਰਾ ਕਰਨ ਵਾਲਾ ਨਹੀਂ ਹੈ ਜੀ। ਹਾਂ, ਇਹ ਫੈਸਲਾ ਜਿਨ੍ਹਾਂ ਨੇ ਕਰਨਾ ਉਹਨਾਂ ਨੇ ਕਰਨਾ। ਜੇ ਫੋਨ ਆ ਗਿਆ ਤਾਂ ਜਾਵਾਂਗੇ? ਦੱਸੋ, ਕੌਣ ਨਾ ਕਰ ਦਿੰਦਾ ਕੋਈ? ਨਹੀਂ, ਅਗਰ ਫੋਨ ਆ ਗਿਆ ਤੇ ਆਪਾਂ ਜਾਵਾਂਗੇ।
ਚਲੋ ਇਹ ਵੀ ਇੱਕ ਬੜੀ ਚੰਗੀ ਗੱਲ ਹੈ, ਪੰਜਾਬ ਵਾਸਤੇ ਚੰਗੀ ਗੱਲ ਹੋਏਗੀ ਅਗਰ ਤੁਹਾਨੂੰ ਇਸ ਮੁਤਲਕ ਫੋਨ ਆਉਂਦਾ ਹੈਗਾ ਵਾ। ਸਰ ਰੈੱਡ ਕਰਾਸ ਦੇ ਬਾਰੇ ਕੁਝ ਦੱਸੋ, ਤੁਸੀਂ ਵਾਈਸ ਚੇਅਰਮੈਨ ਹੈਗੇ ਹੋ 6 ਸਾਲ ਤੋਂ ਦੱਸਿਆ, ਉਹ 'ਚ ਕੀ ਆਪਣੀ ਭੂਮਿਕਾ ਹੈਗੀ ਹੈ ਤੇ ਕਿਸ ਪੋਜੀਸ਼ਨ ਤੇ ਆਪਾਂ ਖੜੇ ਹਾਂ ਉੱਥੇ? ਦੇਖੋ ਰੈੱਡ ਕਰਾਸ ਇੱਕ ਇੰਟਰਨੈਸ਼ਨਲ ਸੇਵਾ ਦਾ ਸਾਧਨ ਹੈ, ਆਰਗੇਨਾਈਜੇਸ਼ਨ ਹੈ, ਔਰ ਸਾਡੀ ਜਿਹੜੀ ਹਿੰਦੁਸਤਾਨ ਦੀ ਰੈੱਡ ਕਰਾਸ ਹੈ ਇਹਦਾ ਇੱਕ ਪ੍ਰੈਜ਼ੀਡੈਂਟ ਆਫ ਇੰਡੀਆ ਪ੍ਰੈਜ਼ੀਡੈਂਟ ਨੇ, ਔਰ ਚੇਅਰਮੈਨ ਅਪੁਆਇੰਟ ਕਰਦੇ ਹੈ ਪ੍ਰੈਜ਼ੀਡੈਂਟ, ਉਹ ਇਸ ਵੇਲੇ ਸਾਡੇ ਹੈਲਥ ਮਿਨਿਸਟਰ ਨੇ ਜੀ, ਤੇ ਮੈਂ ਇਲੈਕਟਡ ਵਾਈਸ ਚੇਅਰਮੈਨ ਹੈ। Okay. ਸਾਡੇ ਮੈਨੇਜਿੰਗ ਬੋਡੀ ਦਾ ਇਲੈਕਸ਼ਨ ਹੁੰਦਾ, 12 ਲੋਕ ਮੈਨੇਜਿੰਗ ਬੋਡੀ ਚੁਣ ਕੇ ਆਉਂਦੇ ਨੇ, 6 ਪ੍ਰੈਜ਼ੀਡੈਂਟ ਆਫ ਇੰਡੀਆ ਇਲੈਕਟ ਕਰਦਾ ਤੇ 18 ਚ ਇਲੈਕਸ਼ਨ ਹੁੰਦਾ। ਮੈਂ ਚੌਥੀ ਵਾਰ ਹੁਣ ਜਿਹੜਾ ਹੈ ਉਹ ਵਾਈਸ ਚੇਅਰਮੈਨ ਇਲੈਕਟ ਹੋਇਆ। ਮੇਨ ਕੰਮ ਜਿਹੜੇ ਮੈਂ 2-3 ਕੀਤੇ ਨੇ, ਪਹਿਲਾ ਕੰਮ ਕੀਤਾ ਤੁਸੀਂ ਅੱਜ ਤੱਕ ਕਦੀ ਸੁਣਿਆ ਨਹੀਂ ਹੋਏਗਾ ਕਿ ਵਿਧਾਨ ਸਭਾ ਦੇ ਵਿੱਚ ਵੀ ਵਿਧਾਨ ਸਭਾ ਜਿਹੜੇ ਮਾਰਸ਼ਲ ਹੈ ਉਹਨਾਂ ਨੂੰ ਫਸਟ ਏਡ ਦੀ ਟ੍ਰੇਨਿੰਗ ਦਿੱਤੀ ਜਾਵੇ। ਓਕੇ, ਮੈਂ ਆਪਣੇ ਜੰਮੂ ਕਸ਼ਮੀਰ ਔਰ ਪੰਜਾਬ ਇਹਨਾਂ ਦੇ ਮਾਰਸ਼ਲਸ ਨੂੰ, ਇਹਨਾਂ ਦੇ ਸਟਾਫ ਨੂੰ, 300 ਸਟਾਫ ਇੱਥੇ ਆ ਆਪਣੇ ਪੰਜਾਬ 'ਚ ਤੇ 58 ਦਾ ਸਟਾਫ ਜੰਮੂ ਕਸ਼ਮੀਰ ਹੈ, ਉਹਨਾਂ ਨੂੰ ਅਸੀਂ ਫਸਟ ਏਡ ਦੀ ਟ੍ਰੇਨਿੰਗ, ਮੇਰੀ ਪ੍ਰਾਇੋਰਟੀ ਫਸਟ ਏਡ ਟ੍ਰੇਨਿੰਗ ਹੈਗੀ ਹੈ ਕਿ ਤਾਂ ਕਿ ਲੋੜ ਪੈਣ 'ਤੇ ਇਹਨਾਂ ਨੂੰ ਅਸੀਂ ਆਪਣਾ ਵੀ ਸੇਫਟੀ ਕਰ ਸਕਣ, ਲੋਕਾਂ ਦੀ ਸੇਫਟੀ ਵੀ। ਮਤਲਬ ਜਿੱਥੇ ਜਾਵਾਂਗੇ ਕੁਝ ਨਵਾਂ ਹੀ ਕਰਾਂਗੇ। ਦੂਸਰੀ ਗੱਲ ਜਿਹੜੀ ਬਹੁਤ ਵੱਡੀ ਮੈਂ ਕਰ ਪਾਇਆ ਕਿ ਜਿਹੜੇ ਪ੍ਰਾਈਵੇਟ ਯੂਨੀਵਰਸਿਟੀਜ਼ ਨੇ ਉਹ ਰੈੱਡ ਕਰਾਸ ਦੇ 2 ਚੀਜ਼ਾਂ ਨੂੰ, ਡਿਜ਼ਾਸਟਰ ਮੈਨੇਜਮੈਂਟ ਔਰ ਫਸਟ ਏਡ ਨੂੰ, ਉਹ ਆਪਣਾ ਪਾਰਟ ਬਣਾਉਣਾ ਐਜੂਕੇਸ਼ਨ ਦਾ। ਠੀਕ ਹੈ, ਉਹ ਸਾਡੇ 4 ਯੂਨੀਵਰਸਿਟੀਜ਼ ਨਾਲ MOU ਸਾਈਨ ਹੋਏ ਨੇ, ਉੱਥੇ ਇਹ ਫਸਟ ਏਡ ਟ੍ਰੇਨਿੰਗ, ਡਿਜ਼ਾਸਟਰ ਮੈਨੇਜਮੈਂਟ ਦੇ ਸਰਟੀਫਿਕੇਟ ਕੋਰਸ ਕਰਾਉਣੇ ਸ਼ੁਰੂ ਕਰਤੇ ਹੈ। ਠੀਕ ਹੈ, ਉਹਦਾ ਇੱਕ ਛੋਟਾ ਜਿਹਾ ਐਗਜ਼ਾਮਪਲ ਦੂੰਗਾ, ਫਾਇਦਾ ਕੀ ਹੋਇਆ। ਪੰਜਾਬ ਦੇ ਵਿੱਚ ਜਦੋਂ ਮੈਂ ਵਿਜ਼ਿਟ ਕਰਦਾ ਸੀ ਤਾਂ ਸਾਡੀ ਫਸਟ ਏਡ ਟ੍ਰੇਨਿੰਗ ਤੋਂ 4 ਲੱਖ ਰੁਪਏ ਸਾਲ ਦੀ ਆਮਦਨ ਸੀ, ਅੱਜ ਉਹ 50 ਲੱਖ ਰੁਪਏ ਸਾਲ ਦੀ ਆਮਦਨ ਹੋ ਗਈ ਹੈ। ਓਕੇ, ਤੇ ਫਸਟ ਟ੍ਰੇਨਿੰਗ ਦਾ ਜਿਹੜਾ ਰੁਝਾਨ ਹੈ ਉਹ ਵਧਿਆ। ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ ਕੋਰਟ, ਉਹਦੇ ਨਾਲ ਵੀ ਸਾਡਾ MOU ਸਾਈਨ ਹੋ ਗਿਆ। ਕਰੋਨਾ ਕਰਕੇ ਅਸੀਂ ਟ੍ਰੇਨਿੰਗ ਨਹੀਂ ਕਰਾ ਸਕੇ, ਉਹਨਾਂ ਨੂੰ ਵੀ ਅਸੀਂ ਟ੍ਰੇਨਿੰਗ ਕਰਾ ਰਹੇ ਹਾਂ। ਸਰ ਜਿਹੜੇ ਹੁਣ 2022 ਦੇ ਇਲੈਕਸ਼ਨ ਆ ਰਹੇ ਆ ਪੰਜਾਬ ਦੇ, ਤੁਸੀਂ ਉਹ 'ਚ ਪਾਰਟਿਸਿਪੇਟ ਕਰੋਗੇ ਕਿ ਨਹੀਂ ਕਰੋਗੇ? ਕਿਉਂ ਪਾਰਟਿਸਿਪੇਟ ਕਿਉਂ ਨਹੀਂ, ਮਤਲਬ ਇਲੈਕਸ਼ਨ ਲੜੋਗੇ ਕਿ ਨਹੀਂ ਲੜੋਗੇ? ਇਹ ਵੀ ਫੈਸਲਾ ਪਾਰਟੀ ਨਹੀਂ ਕਰਨਾ ਜੀ, ਹਜੇ ਤੱਕ ਤਾਂ ਐਸਾ ਕੋਈ, ਕਿਉਂਕਿ ਤੁਸੀਂ ਦੇਖੋ ਰਾਜ ਸਭਾ 'ਚ ਰਹੇ ਹੋ, ਲੋਕ ਸਭਾ 'ਚ ਰਹੇ ਹੋ, ਸੈਂਟਰ ਤੋਂ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੇ ਹੋ, ਤੇ ਅਗਰ ਪਿੱਛੋਂ ਆਰਡਰ ਆ ਜਾਂਦਾ ਜਾਂ ਤੁਹਾਡਾ ਆਪਣੀ ਕੋਈ ਖੁਆਇਸ਼ ਹੈ ਕਿ ਮੈਂ ਦੁਬਾਰਾ ਤੋਂ MLA ਦੀ ਸੀਟ ਜਿਹੜੀ ਗੜ੍ਹਸ਼ੰਕਰ ਦੀ ਪਿੱਛੇ ਤੁਸੀਂ ਜਿੱਤੀ ਸੀਗੀ ਤੇ ਉਹ ਲੜਾਂ ਉੱਥੋਂ? ਦੇਖੋ ਇਸ ਤਰ੍ਹਾਂ ਹੈ, ਇਹ ਫੈਸਲਾ ਪਾਰਟੀ ਨਹੀਂ ਕਰਨਾ ਹੁੰਦਾ। ਓਕੇ, ਅਸੀਂ ਤੇ ਕਾਰਜਕਰਤਾ ਨਾਤੇ ਆਪਣਾ ਮਨ ਆਰਗੂਮੈਂਟਸ ਦੇ ਸਕਦੇ ਹਾਂ ਵੀ ਨਹੀਂ ਲੜਨਾ ਜਾਂ ਲੜਨਾ, ਲੇਕਿਨ ਪਾਰਟੀ ਆਦੇਸ਼ ਕਰੇਗੀ, ਉਹਦੇ ਅੱਗੇ ਤਾਂ ਕਿਸੇ ਦਾ ਕੋਈ ਜ਼ੋਰ ਨਹੀਂ ਹੈ। ਸਰ ਪਾਰਟੀ ਦਾ ਆਦੇਸ਼ ਹੋਵੇ ਚਾਹੇ ਨਾ ਹੋਵੇ, 2022 ਦੇ ਇਲੈਕਸ਼ਨਾਂ ਵਿੱਚ ਅਵਿਨਾਸ਼ ਰਾਏ ਖੰਨਾ ਜੀ ਦੀ ਕੀ ਭੂਮਿਕਾ ਹੋਏਗੀ? ਮੇਰੀ ਭੂਮਿਕਾ ਇਹ ਰਹੇਗੀ ਕਿ ਸਾਡੀ ਪੰਜਾਬ 'ਚ ਸਰਕਾਰ ਬਣੇ। ਪਹਿਲੀ ਵਾਰ ਪੰਜਾਬ ਦੇ ਲੋਕ, ਪੰਜਾਬ ਦਾ ਕਾਰਜਕਰਤਾ ਇਹ ਸੁਪਨਾ ਲੈ ਰਿਹਾ, ਦੇਖ ਰਿਹਾ ਕਿ ਕਿਆ ਕਦੀ ਅਸੀਂ ਪੰਜਾਬ ਦੇ ਵਿੱਚ ਇੰਡੀਪੈਂਡੈਂਟ ਤੌਰ ਤੇ ਆਪਣੀ ਸਰਕਾਰ ਬਣਾ ਸਕਦੇ ਹਾਂ ਕਿ ਨਹੀਂ ਬਣਾ ਸਕਦੇ ਹਾਂ। ਬਹੁਤ ਦੇਰ ਤੋਂ ਉਹ ਲੜਾਈ ਲੜ ਰਿਹਾ, ਸੁਪਨੇ ਲੈ ਰਿਹਾ, ਕੰਮ ਕਰ ਰਿਹਾ। ਜਿੱਥੇ ਅਸੀਂ ਚੁਣਾਵ ਨਹੀਂ ਲੜਦੇ ਉੱਥੇ ਵੀ ਉਹ ਕੰਮ ਕਰ ਰਿਹਾ। ਤਾਂ ਅੱਜ ਮੌਕਾ ਮਿਲਿਆ ਆ ਕਾਰਜਕਰਤਾ ਨੂੰ ਕਿ ਉਹ 117 ਦੀ 17 ਸੀਟਾਂ ਦੀ ਤਿਆਰੀ ਕਰੇ ਔਰ ਆਪਣੀ ਸਰਕਾਰ ਬਣੇ, ਆਪਣਾ ਮੁੱਖ ਮੰਤਰੀ ਬਣੇ। ਉਹਦੇ ਲਈ ਸਰਕਾਰ ਬਣੇ, ਉਹਦੇ ਲਈ ਪਾਰਟੀ ਜੋ ਜ਼ਿੰਮੇਵਾਰੀ ਦੇਗੀ ਉਹਦੇ ਮਤਲਬ ਜਿੰਨੀ ਹਿੰਮਤ ਹੈ ਉਸ ਤੋਂ ਜ਼ਿਆਦਾ ਨਾਲ ਕੰਮ ਕਰਦੇ ਹੋਏ ਆਪਣੀ ਸਰਕਾਰ ਬਣਾਉਣ 'ਚ ਭੂਮਿਕਾ ਨਿਭਾਵਾਂਗੇ। ਮੈਕਸਿਮਮ 23 ਜਾਂ 28 ਸੀਟਾਂ ਤੇ ਆਪਾਂ ਲੜੇ ਆ, 23 ਸੀਟਾਂ ਤੇ ਲੜੇ ਹੈਗੇ ਆ, 18 'ਚ ਇੱਕ ਵਾਰੀ ਆਪਾਂ ਜਿੱਤੇ ਹੈਗੇ ਆ, 19 ਤੇ ਆਪਾਂ ਜਿੱਤੇ ਹੈਗੇ ਆ। ਹੁਣ ਆਪਾਂ 117 ਤੇ ਲੜਨ ਜਾਣਾ ਹੈਗਾ ਵਾ, ਕੈਪਟਨ ਸਾਹਿਬ ਦੇ ਸਹਿਯੋਗ ਨਾਲ? ਨਹੀਂ, ਇਹ ਕਿਹਦਾ ਸਹਿਯੋਗ ਹੋਣਾ? ਕਿਉਂਕਿ ਬਿਲਕੁਲ ਤੁਸੀਂ 100% ਨੂੰ ਵੀ ਕ੍ਰਾਸ ਕਰਕੇ ਜਾ ਰਹੇ ਹੋਗੇ। ਮੈਂ ਦੱਸਦਾ ਨਾ ਸਹਿਯੋਗ ਕਿਹਦਾ ਮਿਲਣਾ, ਕਿਹੜੀਆਂ ਪਾਰਟੀਆਂ ਸਾਡੇ ਨਾਲ ਜੁਆਇਨ ਕਰਦੀਆਂ, ਅਸੀਂ ਕਿੰਨਾ ਕੁ ਨੈਗੋਸ਼ੀਏਸ਼ਨ ਹੋਣੀ ਹੈ, ਇਹ ਗੱਲਾਂ ਤਾਂ ਆਉਣ ਵਾਲੇ ਟਾਈਮ 'ਚ ਕਲੀਅਰ ਹੋ ਹੀ ਜਾਣੀਆਂ। ਕੈਪਟਨ ਸਾਹਿਬ ਦਾ ਸਹਿਯੋਗ ਤਾਂ ਰਹੇਗਾ ਜੋ ਲੱਗ ਰਿਹਾ। ਦੇਖੋ ਹਲੇ ਤਾਂ ਜਦ ਤੱਕ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਉਸ ਗੱਲ ਦੀ ਅਨਾਉਂਸਮੈਂਟ ਨਹੀਂ ਕਰਦੇ ਤਦ ਤੱਕ ਮੈਂ ਇਸ 'ਤੇ ਕੋਈ ਕਮੈਂਟ ਨਹੀਂ ਕਰ ਸਕਦਾ। ਪੰਜਾਬ ਦੀ ਜਨਤਾ ਨੂੰ ਜਾਂ ਆਪਣੇ ਕਾਰਜਕਰਤਾ ਨੂੰ ਕੁਝ ਕਹਿਣਾ ਚਾਹੁੰਦੇ ਹੋ? ਤੁਹਾਡਾ ਕੈਮਰਾ ਉਧਰ ਸਾਹਮਣੇ ਹੈ। ਮੈਂ ਤਾਂ ਸਾਰੀ ਜਨਤਾ ਨੂੰ ਤੁਹਾਡੇ ਰਾਹੀਂ ਹੀ ਅਪੀਲ ਕਰਨਾ ਚਾਹੁੰਦਾ ਕਿ ਜੇ ਤੁਸੀਂ ਡਬਲ ਇੰਜਨ ਦੀ ਸਰਕਾਰ ਪੰਜਾਬ 'ਚ ਦੇਖਣਾ ਚਾਹੁੰਦੇ ਹੋ, ਇੱਕ ਇੰਜਨ ਦਿੱਲੀੋਂ ਚੱਲੇਗਾ ਮੋਦੀ ਦੇ ਰੂਪ 'ਚ, ਦੂਸਰਾ ਇੰਜਨ ਪੰਜਾਬ ਦਾ ਚੀਫ ਮਿਨਿਸਟਰ ਹੋਏਗਾ, ਤਾਂ ਉਹ ਵਿਕਾਸ ਜਿਹੜਾ ਹੈ ਇਸ ਪੰਜਾਬ ਦੀ ਨੁਹਾਰ ਨੂੰ ਬਦਲ ਦੇਗਾ। ਤਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਆਪਾਂ ਇਕੱਠੇ ਹੋ ਕੇ ਇਸ ਵਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣ ਲਈ ਆਪਣਾ ਯੋਗਦਾਨ ਪਾਈਏ। ਕਾਰਜਕਰਤਾ ਨੂੰ ਮੇਰੀ ਅਪੀਲ ਹੈ ਕਿ ਇਹ ਪਹਿਲੀ ਵਾਰ ਮੌਕਾ ਮਿਲ ਰਿਹਾ, ਅਸੀਂ ਸਭ ਮਤਭੇਦ ਭੁਲਾ ਕੇ ਸਿਰਫ ਔਰ ਸਿਰਫ ਇੱਕੋ ਏਮ ਲੈ ਕੇ ਕਿ ਅਸੀਂ ਪੰਜਾਬ 'ਚ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਉਣੀ ਹੈ, ਉਹਲੇ ਅਸੀਂ ਕੰਮ ਕਰੀਏ। ਦੋਸਤੋ
ਦੋਸਤੋ ਇਹ ਮੇਰੇ ਕੁਝ ਤਿੱਖੇ ਜਿਹੇ ਸਵਾਲ ਸੀ ਅਵਿਨਾਸ਼ ਰਾਏ ਖੰਨਾ ਜੀ ਦੇ ਨਾਲ, ਪਰ ਮੈਂ ਅੱਜ ਇੱਕ ਸਵਾਲ ਤੁਹਾਡੇ ਕੋਲ ਹੋਰ ਛੱਡ ਕੇ ਜਾ ਰਿਹਾ ਹਾਂ। ਕੀ ਮੇਰੀ ਇਹ ਇੰਟਰਵਿਊ ਭਾਵੇਂ ਮੁੱਖ ਮੰਤਰੀ ਦੀ ਹੈ? ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਸੁਚੱਜੇ ਢੰਗ ਨਾਲ ਕੰਮ ਕਰਨ ਵਾਲਿਆਂ ਨੂੰ ਅਕਸਰ ਇੱਕ ਫੋਨ ਆਉਂਦਾ ਤੇ ਰਾਜ ਭਵਨ ਪਹੁੰਚਣ ਨੂੰ ਕਿਹਾ ਜਾਂਦਾ ਹੈ। ਇਹ ਮੇਰੀ ਇੱਕ ਛੋਟੀ ਜਿਹੀ ਪੇਸ਼ਕਸ਼ ਹੈ। ਇਲੈਕਸ਼ਨ ਤੋਂ ਪਹਿਲੇ ਦੀ ਮੇਰੀ ਇਲੈਕਸ਼ਨ ਦੀ ਕੰਪੇਨ ਜਾਰੀ ਹੈ। ਦੇਸ਼ਾਂ ਵਿਦੇਸ਼ਾਂ ਵਿੱਚ ਹਰ ਚੈਨਲ ਦੇ ਥਰੂ ਮੈਂ ਤੁਹਾਡੇ ਕੋਲ ਪਹੁੰਚ ਰਿਹਾ ਹਾਂ। ਤੁਹਾਨੂੰ ਮੇਰੀ ਪੇਸ਼ਕਸ਼ ਕਿੱਦਾਂ ਦੀ ਲੱਗੀ ਇਹ ਜ਼ਰੂਰ ਦੱਸਣਾ। ਇਹ ਕੁਝ ਮਨ ਦੀਆਂ ਢੁਕਵੀਆਂ ਗੱਲਾਂ ਸੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ।